पंजाब के लोग अपनी शिकायतों ਲਈ ऑनलाइन भी अप्लाई कर सकते हैं और एडीजीपी MF फरूकी साडे नाल मौजूद ने उन्होंने गलबात कर लेने क्योंकि एक पोर्टल है पंजाब ग्रीवेंसिस पोर्टल जिथे कि हुण तुसीं जाके अपनी शिकायत रजिस्टर करवा सकते हो। गलबात कर लेने सर की पोर्टल है और किस तरह रजिस्टर करवा सकते हैं सौखे तरीके नाल लोकां नूं। देखो ये 2 महीना पहला साडे मानयोग मुख मंत्री साहब ने ये पोर्टल लॉन्च किया सीगा। ਇਹ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਉਪਰਾਲਾ ਹੈਗਾ ਜਿਹਦੇ ਵਿੱਚ ਇੱਕ ਸੌਫਟਵੇਅਰ ਬਣਾਇਆ ਗਿਆ ਹੈਗਾ ਜਿਹਦੇ ਵਿੱਚ ਲੋਕੀ ਆਪਣੀ ਕੰਪਲੇਂਟ ਆਨਲਾਈਨ ਵੀ ਰਜਿਸਟਰ ਕਰ ਸਕਦੇ ਨੇ। ਇਹ ਤੋਂ ਇਲਾਵਾ ਜਿਹੜੀ ਵੀ ਕੰਪਲੇਂਟ ਉਹ ਥਾਣੇ 'ਚ ਜਾਂ ਮੰਨ ਲਓ ਐਸਐਸਪੀ ਆਫਿਸ ਜਾਂ ਸੀਪੀ ਆਫਿਸ ਰਜਿਸਟਰ ਕਰਾਉਣਗੇ ਉਹ ਕੰਪਲੇਂਟਾਂ ਇਸ ਪੋਰਟਲ 'ਚ ਲੌਜ ਕੀਤੀਆਂ ਜਾਣਗੀਆਂ। ਇਹਦੀ ਇਨਫੋਰਮੇਸ਼ਨ ਜਦੋਂ ਵੀ ਇਹ ਲੌਜ ਹੋ ਜਾਊਗਾ ਇਹਦੀ मतलब इनू मॉनिटर डीजीपी ऑफिस तक भी किया जा सकता है। ये डैशबोर्ड सुपरवाइजरी बनाए गए हैं जिदा मैं एडीजी पब्लिक ग्रीवेंसेस के तौर पर भी इनू देख सकता है कि किहड़े पासे की काम हो रहा है, किहड़ी कंप्लेंटा जिहड़ी हैगियां और समा तो बद हो गई उहदे च डिस्पोज ऑफ नहीं हो रही, उहदे च की सिस्टम है, इहदे च अकाउंटेबिलिटी फिक्स की जाए, उन्हां तो काम कराया जाए, उन्होंने कहा जाए कि भी पब्लिक की जिहड़ी कंप्लेंट है उन्होंने समय सिर नाल डिस्पोज ऑफ किया जाए। आ उपराला जिहड़ा हैगा कीता गया है। ਇਹਦਾ ਫਾਇਦਾ ਆਮ ਤੌਰ ਤੇ ਲੋਕਾਂ ਨੂੰ ਕੀ ਮਿਲੇਗਾ ਜਿਹੜਾ ਤੁਸੀਂ ਆਨਲਾਈਨ ਹੁਣ ਕੰਪਲੇਂਟ ਜਿਹੜੀ ਲੈਣੀ ਸ਼ੁਰੂ ਕਰ ਲਈ ਆ 2 ਮਹੀਨੇ ਹੋ ਗਏ ਪਰ ਹਾਲੇ ਤੱਕ ਲੋਕਾਂ ਨੂੰ ਇਹਦੇ ਵਾਸਤੇ ਅਵੇਅਰਨੈਸ ਨਹੀਂ ਹੈ। ਦੇਖੋ ਇਹਦੇ ਵਿੱਚ ਆਪਾਂ ਅਵੇਅਰ ਕਰ ਰਹੇ ਇਦਾਂ ਨਹੀਂ ਹੈਗਾ ਕਿ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ, ਲੋਕੀ ਹੌਲੀ ਹੌਲੀ ਦੇ ਵਿੱਚ ਆ ਰਹੇ ਨੇ। ਇਹ ਤੋਂ ਇਲਾਵਾ ਜਿਹੜੀ ਆਨਲਾਈਨ ਜਿਹੜੀ ਕੰਪਲੇਂਟ ਡਿਸਪੋਜ਼ਲ ਹੈਗੀ ਉਹ ਤਾਂ ਚਲੋ ਹੋ ਸਕਦਾ ਕਿ ਹੌਲੀ ਹੌਲੀ ਲੋਕੀ ਇਹਦੇ ਵਿੱਚ ਜਾਣਕਾਰੀ ਹਾਸਲ ਕਰਨਗੇ, ਪਰ ਜਿਹੜੀ ਵੀ ਕੰਪਲੇਂਟਾਂ ਆਪਾਂ ਇਹਦੇ ਵਿੱਚ ਜਿਹੜੇ ਐਸਐਸਪੀ ਆਫਿਸ ਸੀਪੀ ਆਫਿਸ 'ਚ ਆ ਰਹੀਆਂ ਨੇ ਉਹਦੇ ਵਿੱਚ ਸਪੈਸ਼ਲ ਇੰਸਟਰਕਸ਼ਨ ਹੈਗਾ ਕਿ ਸਾਰੀਆਂ ਦੇ ਸਾਰੀਆਂ ਇਹਦੇ 'ਚ ਪੋਰਟਲ 'ਚ लॉन्च कीतियां जान ते जदों ये लॉन्च कीतियां जाणगियां ऑटोमेटिकली पब्लिक जिहड़ी हैगी ओहदी अवेयर हो जाऊगी क्योंकि इमीडिएटली उन्होंने ਇਹਦੇ 'ਚ मैसेज आने शुरू हो जाते हैं कि ਤੁਹਾਡੀ कंप्लेंट कित्थे मार्क हो गई, कित्थे पहुँच गई, की हैगा ਉਹਦੀ ट्रैकिंग कर सकते हैगे। तो इस करके ਆਪਾਂ ਲੋਕਾਂ ਨੂੰ ਵੀ ਐਜੂਕੇਟ ਕਰ ਰਹੇ ਤੇ ਆਪਣੀ ਪੁਲਿਸ ਫੋਰਸ ਨੂੰ ਵੀ ਐਜੂਕੇਟ ਕਰ ਰਹੇ। ਤੇ ਸਰ ਟਰੈਕਿੰਗ ਦਾ ਸਿਸਟਮ ਦੀ ਦੱਸਿਆ ਤੁਸੀਂ ਵੀ ਸਟੇਟ ਪਤਾ ਲੱਗ ਜਾਊਗਾ ਵੀ ਮੇਰੀ ਕੰਪਲੇਂਟ ਕਿੱਥੋਂ ਤੱਕ ਪਹੁੰਚੀ, ਕਿਹੜੇ ਅਧਿਕਾਰ ਤੱਕ ਪਹੁੰਚੀ ਹੈਗੀ। ਬਿਲਕੁਲ ਇਹਦੇ ਸੰਬੰਧ 'ਚ ਮੈਸੇਜ ਜਾਣਗੇ ਉਹਨੂੰ, ਜਿਹੜੇ ਆਈਓ ਕੋਲ ਪਹੁੰਚ ਜਾਊਗੀ ਉਹਦਾ ਵੀ ਮੈਸੇਜ ਆ ਜਾਣਾ ਤੇ ਆਈਓਸ ਖੁਦ ਵੀ ਕਾਲ ਕਰਨਗੇ ਇਹਨਾਂ ਨੂੰ ਤੇ ਉਹਨੂੰ ਬੁਲਾਉਣਗੇ ਕੰਪਲੇਨੈਂਟ ਨੂੰ ਕਿ ਭਈ ਤੁਹਾਡੀ ਕੰਪਲੇਂਟ ਸਾਡੇ ਕੋਲ ਆ ਗਈ ਹੈ, ਤੁਸੀਂ ਆਓ ਤੇ ਤੁਹਾਡੀ ਆਪਣੀ ਗੱਲ ਜਿਹੜੀ ਹੈਗੀ ਉਹ ਸੁਣੀ ਜਾਵੇ। ਸਰ ਅਕਸਰ ਸ਼ਿਕਾਇਤਕਰਤਾ ਦਾ ਇਹੀ ਸ਼ਿਕਾਇਤ ਰਹਿੰਦੀ ਵੀ ਉਸਦੀ ਕੰਪਲੇਂਟ ਦੇ ਤੇ ਕਾਫੀ ਸਮਾਂ ਬੀਤ ਗਿਆ ਪਰ ਟਾਈਮ ਬਾਉਂਡ ਨਹੀਂ ਹੋ ਪਾਉਂਦੀ, ਕੰਪਲੇਂਟਸ ਜਿਹੜੀਆਂ ਸੁਣੀਆਂ ਨਹੀਂ ਜਾਂਦੀਆਂ। ਕਿ ਟਾਈਮ ਬਾਉਂਡ ਵੀ ਕੀਤਾ ਜਾਏਗਾ ਅਫਸਰ ਨੂੰ? ਬਿਲਕੁਲ ਟਾਈਮ ਬਾਉਂਡ ਹੋਊਗੀ, ਜਿਹੜੀ ਕੰਪਲੇਂਟਾਂ ਹੈਗੀਆਂ ਆਫੀਸਰਸ ਇਹਦੇ 'ਚ ਟਾਈਮ ਬਾਉਂਡ ਕਰਨਗੇ ਕਿਉਂਕਿ ਇਹਦੇ ਵਿੱਚ ਸੁਪਰੀਮ ਕੋਰਟ ਵੱਲੋਂ ਵੀ ਇੰਸਟਰਕਸ਼ਨ ਇਸ਼ੂਡ ਨੇ। ਕੁਛ ਇੱਕ ਜਿਹੜੀ ਕੰਪਲੇਂਟਾਂ ਖਾਸ ਤੌਰ ਤੇ ਕੋਗਨੀਜ਼ੇਬਲ ਆਫੈਂਸ ਜੇਕਰ ਪਾਇਆ ਗਿਆ ਤੇ ਇਮੀਡੀਏਟਲੀ ਰਜਿਸਟਰ ਹੋਣਗੇ। ਜੇ ਅਗਰ ਕੋਗਨੀਜ਼ੇਬਲ ਆਫੈਂਸਸ ਇਦਾਂ ਦੇ ਹੈਗੇ ਜਿਹਦੇ ਵਿੱਚ ਜਿੱਦਾਂ ਮੈਟਰੀਮੋਨੀਅਲ ਡਿਸਪਿਊਟ ਹੋ ਗਿਆ ਜਾਂ ਇਕਨੋਮਿਕ ਆਫੈਂਸਸ ਹੋ ਗਏ ਉਹਦੇ ਵਿੱਚ ਟਾਈਮ ਲਾਈਨ ਹੈਗੀ ਉਹ ਜਿਹੜੇ ਹੈਗੇ ਉਹ ਫੋਲੋ ਕੀਤਾ ਜਾਣਾ ਚਾਹੀਦਾ ਹੈਗਾ ਤੇ ਉਹ ਫੋਲੋ ਕਰਾਂਗੇ ਆਪਾਂ। ਸਰ ਆਲਰੇਡੀ 112 ਨੰਬਰ ਜਾਂ 181 ਨੰਬਰ ਦਿੱਤੀ ਹੋਈ ਲੋਕਾਂ ਨੂੰ ਕੰਪਲੇਂਟ ਕਰ ਸਕਦੇ ਕਿਆ ਇਹ ਵੱਖਰਾ ਪੋਰਟਲ ਹੋਏਗਾ ਜਾਂ ਉਹ ਵੀ ਕੰਪਲੇਂਟਾਂ ਇਹਦੇ ਪੋਰਟਲ ਵਿੱਚ ਹੀ ਸ਼ਾਮਲ ਹੋਣਗੇ? ਨਹੀਂ ਇਹ ਵੱਖਰਾ ਪੋਰਟਲ ਹੈਗਾ, ਉਹ ਤਾਂ ਇਮੀਡੀਏਟ ਰੈਸਕਿਊ ਕਰਨ ਲਈ ਜੇ ਅਗਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੇਣੀ ਹੋਵੇ ਜਿੱਦਾਂ 100 ਨੰਬਰ ਹੁੰਦਾ ਸੀਗਾ ਉਹਦੇ ਵਿੱਚ ਕੰਪਲੇਂਟ ਕੋਈ ਦੇ ਸਕਦਾ ਹੈ ਤੇ ਇਹ ਉਹ ਪੋਰਟਲ ਤੇ ਉਹ ਜਿਹੜੇ ਉਪਰਾਲੇ ਨੇ ਉਹ ਤਾਂ ਚੱਲਦੇ ਰਹਿਣਗੇ। ਇਹ ਉਹਦੇ ਇਲਾਵਾ ਵੱਖਰਾ ਪੋਰਟਲ ਹੈਗਾ ਜਿੱਦਾਂ ਲੋਕੀ ਆ ਕੇ ਕੰਪਲੇਂਟ ਦਿੰਦੇ ਨੇ ਥਾਣਿਆਂ 'ਚ ਜਾਂ ਮੰਨ ਲਓ ਸੀਪੀ ਆਫਿਸ 'ਚ ਦਿੰਦੇ ਨੇ ਉਹ ਉਹਦੇ ਵਿੱਚ ਰਜਿਸਟਰ ਕੀਤੀਆਂ ਜਾਣਗੀਆਂ ਔਰ ਉਹਦੀ ਮੋਨੀਟਰਿੰਗ ਕੀਤੀ ਜਾਊਗੀ ਇਹਦੇ ਰਾਹੀਂ। ਸਰ ਜੇਕਰ ਕਿਸੇ ਦੀ ਸੰਤੁਸ਼ਟੀ ਨਹੀਂ ਹੁੰਦੀ, ਸੈਟੀਸਫੈਕਸ਼ਨ ਨਹੀਂ ਹੁੰਦੀ, ਕਿਆ ਉਹਦੀ ਅਪੀਲ ਵੀ ਪਾ ਸਕੇਗਾ ਇਸ ਸੰਬੰਧ ਵਿੱਚ? ਜਦੋਂ ਇੱਕ ਵਾਰੀ ਕੰਪਰੀਹੈਂਸਿਵ ਤਰੀਕੇ ਨਾਲ ਪੂਰਾ ਐਗਜ਼ੌਸਟਿਵਲੀ ਉਹਦੀ ਸਾਰੇ ਜਿੰਨੇ ਹੈਗੇ ਇਸ਼ੂਜ਼ ਨੂੰ ਦੇਖ ਕਰਕੇ ਜੇ ਅਗਰ ਕੰਪਲੇਂਟ ਜਿਹੜੀ ਹੈਗੀ ਡਿਸਪੋਜ਼ ਆਫ ਕੀਤੀ ਜਾਊਗੀ, ਉਹਦੀ ਰਿਪੋਰਟਿੰਗ ਕੀਤੀ ਜਾਊਗੀ, ਉਹਦੇ ਬਾਅਦ ਜੇ ਅਗਰ ਮੰਨ ਲਓ ਸੈਟੀਸਫੈਕਸ਼ਨ ਉਹਨੂੰ ਨਹੀਂ ਹੈਗਾ ਕਿਸੇ ਕੰਪਲੇਨੈਂਟ ਨੂੰ ਆਪਣੀ ਇਨਕੁਆਇਰੀ ਰਿਪੋਰਟ ਦੇਖਣ ਤੋਂ ਬਾਅਦ ਤਾਂ ਉਹ ਇਨਕੁਆਇਰੀ ਰਿਪੋਰਟ 'ਚ ਜਿਹੜੀ ਕਮੀਆਂ ਬੇਸ਼ੀਆਂ ਹੋਣਗੀਆਂ ਉਹਦੇ ਸੰਬੰਧ 'ਚ ਉਹ ਸਪੈਸੀਫਿਕ ਕੰਪਲੇਂਟ ਕਰ ਸਕਦੇ ਨੇ, ਅਪੀਲ ਕਰ ਸਕਦੇ ਨੇ ਸੀਨੀਅਰ ਆਫਿਸਰ ਨੂੰ। ਸਰ ਨਫਰੀ ਦੀ ਬੜੀ ਘਾਟ ਨਜ਼ਰ ਆ ਰਹੀ ਹੈ, ਨਫਰੀ ਹੈ ਨਹੀਂ ਪੁਲਿਸ ਕੋਲੋਂ, ਉਹ ਕੰਮ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਸਰ ਉਹਦੇ ਬਾਰੇ? ਦੇਖੋ ਇਹ ਜਿਹੜੇ ਪਹਿਲੀ ਗੱਲ ਤਾਂ ਹੈਗੀ ਕਿ ਸਰਕਾਰ ਵੱਲੋਂ ਇਹਦੇ 'ਚ ਭਰਤੀਆਂ ਜਾਰੀ ਹੋ ਗਈਆਂ ਹੈਗੀਆਂ, ਉਹਦੇ ਵਿੱਚ ਬੰਦੇ ਕੁਝ ਦਿਨਾਂ ਬਾਅਦ ਟ੍ਰੇਨਿੰਗ ਤੋਂ ਬਾਅਦ ਆ ਜਾਣਗੇ। ਇੱਕ ਤਾਂ ਆ ਗੱਲ ਹੈਗੀ, ਦੂਜੀ ਸਾਡਾ ਉਪਰਾਲਾ ਹੈਗਾ ਕਿ ਇੱਦਾਂ ਦੇ ਜਿਹੜੇ ਸਿਸਟਮ ਨਾਲ ਇਹਦੇ ਵਿੱਚ ਪੁਲਿਸ ਤੇ ਜਿਹੜਾ ਇਨਕੁਆਇਰੀਆਂ ਦਾ ਬਰਡਨ ਹੈਗਾ ਮਲਟੀਪਲ ਇਨਕੁਆਇਰੀਆਂ ਦਾ ਉਹਨੂੰ ਰਿਡਿਊਸ ਕੀਤਾ ਜਾਵੇ। ਜਿਹੜੇ ਕੰਮ ਅਨਨੈਸੈਸਰੀ ਹੋ ਰਹੇ ਨੇ 3-3 4-4 ਜਗ੍ਹਾ ਤੇ ਕਈ ਵਾਰੀ ਕੰਪਲੇਂਟ ਹੋ ਜਾਂਦੀ ਹੈ ਉਹਨੂੰ ਖਤਮ ਕੀਤਾ ਜਾਵੇ। ਹਾਂ ਤੇ ਇੱਕ ਕੰਪਲੇਂਟ ਹੋਊਗੀ ਉਹ ਤੋਂ ਬਾਅਦ ਉਹਦੀ ਵੈਰੀਫਿਕੇਸ਼ਨ ਹੋਊਗੀ, ਉਹ ਤੋਂ ਇਲਾਵਾ ਆਪਾਂ ਇਹਦੇ 'ਚ ਕੁਝ ਵੀ ਨਹੀਂ ਕਰਾਂਗੇ। ਇਹਦੇ ਨਾਲ ਜਦੋਂ ਆਪਾਂ ਇਹ ਕਰ ਰਹੇ ਹੈਗੇ ਸਾਡੇ ਸਿਸਟਮ 'ਚ ਆਸਾਨੀ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਇਹਦੇ ਵਿੱਚ ਬਰਡਨ ਘੱਟ ਹੋਵੇ। ਸਰ ਪੰਜਾਬ ਦੀ ਜਨਤਾ को क्या खास अपील करना चाहिए? ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹੈਗਾ ਕਿ ਪੁਲਿਸ ਤੁਹਾਡੀ ਫਰੈਂਡ ਹੈਗੀ, ਤੁਹਾਡੀ ਜਿਹੜੇ ਇਸ਼ੂਜ਼ ਹੈਗੇ ਨੇ ਉਹਨੂੰ ਸੋਲਵ ਕਰਨ ਲਈ ਪ੍ਰਤੀਬੱਧ ਹੈਗੀ। ਆਪਾਂ ਕੋਸ਼ਿਸ਼ ਕਰਾਂਗੇ ਕਿ ਅਕਾਊਂਟੇਬਲ ਪੁਲਿਸ ਨਿਜ਼ਾਮ ਬਣਾਇਆ ਜਾਵੇ। ਇਸ ਮਾਮਲੇ 'ਚ ਆਹ ਸਿਸਟਮ ਜਿਹੜਾ ਹੈਗਾ ਇਹਦੇ ਵਿੱਚ ਕੋਈ ਜਿਹੜੀ ਕਮੀ ਬੇਸ਼ੀ ਹੋਊਗੀ
ਇਹਨੂੰ ਸੁਧਾਰਿਆ ਵੀ ਜਾਣਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਨੀਚੇ ਤੋਂ ਲੈ ਕੇ ਉੱਪਰ ਤੱਕ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਸੰਦੇਸ਼ ਹੈਗਾ ਕਿ ਜਿਹੜੇ ਕੰਪਲੇਨੈਂਟ ਨੇ ਉਹਨਾਂ ਨੂੰ ਇਨਸਾਫ ਮਿਲੇ ਤੇ ਸਹੀ ਸਮਾਂ ਤੇ ਸਿੱਧੇ ਸੱਚੇ ਤਰੀਕੇ ਨਾਲ ਤੇ ਜਲਦੀ ਮਿਲਣਾ ਚਾਹੀਦਾ। ਸਰ ਨਸ਼ਾ ਤੇ ਅਪਰਾਧ ਦਾ ਗ੍ਰਾਫ ਇਸ ਨੂੰ ਘਟਾਉਣ ਵਾਸਤੇ ਕੀ ਕਿਹੜੀ ਚੁਣੌਤੀਆਂ ਕਾਫੀ ਜ਼ਿਆਦਾ ਵੱਧ ਗਈਆਂ ਪੁਲਿਸ ਸਾਹਮਣੇ, ਇਸ ਦੇ ਬਾਰੇ ਕੀ ਕਰਦੇ? ਇਹਦੇ ਵਿੱਚ ਲਗਾਤਾਰ ਉਪਰਾਲੇ ਹੋ ਰਹੇ ਨੇ। ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਿਰਦੇਸ਼ ਐਸਐਸਪੀਜ਼ ਨੂੰ ਸੀਪੀ ਸਾਹਿਬ ਨੂੰ ਦਿੱਤੇ ਗਏ ਹੋਏ ਨੇ ਤੇ ਪੁਲਿਸ ਲਗਾਤਾਰ ਇਹਦੇ ਤੇ ਐਕਸ਼ਨ ਕਰ ਰਹੀ ਹੈ। ਪਿਛਲੇ ਦਿਨ ਤੁਸੀਂ ਦੇਖਿਆ ਵੀ ਹੋਣਾ ਕਿ ਰਿਕਵਰੀਜ਼ ਵੀ ਵੱਧ ਹੋਈਆਂ ਹੈਗੀਆਂ ਤੇ ਇਹਦੇ ਵਿੱਚ ਪੀਓਜ਼ ਵੀ ਜਿਹੜੇ ਹੈਗੇ ਨੇ ਉਹ ਫੜੇ ਗਏ ਨੇ ਤੇ ਕਾਰਵਾਈਆਂ ਲਗਾਤਾਰ ਹੋ ਰਹੀਆਂ ਹੈਗੀਆਂ। ਆਉਣ ਵਾਲੇ ਸਮਾਂ 'ਚ ਨਸ਼ਾ ਜਿਹੜਾ ਹੈਗਾ ਉਹਨੂੰ ਆਪਾਂ ਦੋ ਪੱਖੋਂ ਹੈਂਡਲ ਕਰਾਂਗੇ। ਇੱਕ ਤਾਂ ਉਹ ਹੋ ਗਿਆ ਜਿਹਦੇ ਵਿੱਚ ਆਪਾਂ ਇੱਕ ਵਾਰੀ ਲੋਕਾਂ ਨੂੰ ਐਜੂਕੇਟ ਵੀ ਕਰਾਂਗੇ ਇਹਦੇ ਵਿੱਚ, ਤਾਂ ਕਿ ਉਹ ਜਿਹੜੇ ਇਹਦੇ ਵਿੱਚ ਸ਼ਿਕਾਰ ਨਹੀਂ ਹੈਗੇ ਉਹ ਬਾਹਰ ਇਹਦੇ ਵਿੱਚੋਂ ਮਤਲਬ ਉਹਦੇ ਵਿੱਚ ਨਾ ਪੈਣ, ਤੇ ਜਿਹੜੇ ਪੈ ਗਏ ਨੇ ਉਹਨਾਂ ਲਈ ਜਿਹੜਾ ਹੈਗਾ ਬਿਹਤਰ ਇੰਤਜ਼ਾਮ ਹੋਵੇ, ਉਹਨਾਂ ਦਾ ਇਲਾਜ ਹੋਵੇ ਜਾਂ ਉਹਨੂੰ ਇਹਦੇ ਸਿਸਟਮ 'ਚ ਜਿਹੜਾ ਹੈਗਾ ਟੇਕ ਕੇਅਰ ਕੀਤਾ ਜਾਵੇ। ਇਹਦੇ ਵਿੱਚ ਲਗਾਤਾਰ ਕੋਸ਼ਿਸ਼ਾਂ ਜਾਰੀਆਂ ਨੇ ਤੇ ਮੈਂ ਸਮਝਦਾ ਬਹੁਤ ਛੇਤੀ ਆਪਾਂ ਇਹਦੇ 'ਚ ਕਾਬੂ ਪਾ ਲਾਂਗੇ। ਇੱਕ ਲਾਸਟ ਸਵਾਲ ਹੈ, ਨਸ਼ੇ ਦੇ ਖਿਲਾਫ ਕੰਪਲੇਨਟ ਤੇ ਕਾਫੀ ਨੇ ਪਰ ਉਹ ਆਪਣੀ ਆਈਡੀ ਸ਼ੋਅ ਨਹੀਂ ਕਰਨਾ ਚਾਹੁੰਦੇ, ਤੇ ਇਹ ਪੋਰਟਲ ਤੇ ਜਿਹੜੀ ਆਈਡੀ ਉਹਨਾਂ ਦੀ ਸ਼ੋਅ ਹੋ ਸਕੇਗੀ ਜਾਂ ਕਿਸ ਤਰ੍ਹਾਂ ਹੋਏਗਾ? ਨਹੀਂ, ਉਹਨਾਂ ਦੀ ਆਈਡੀ ਜਿਹੜੀ ਹੈਗੀ ਉਹ ਸਾਡੇ ਕੋਲ ਮਤਲਬ ਰਹੂਗੀ। ਇਹਦੇ ਵਿੱਚ ਜੇ ਅਗਰ ਮੰਨ ਲਓ ਕਿਸੇ ਨੇ ਕੋਈ ਇਨਫੋਰਮੇਸ਼ਨ ਦੇਣੀ, ਵੈਸਾ ਵੀ ਕੋਈ ਐਨੋਨਿਮਸ ਪਹਿਲਾਂ ਕੰਪਲੇਂਟ ਦਿੰਦਾ ਸੀਗਾ ਤੇ ਉਹਦੀ ਆਈਡੀ ਸਾਡੇ ਕੋਲ ਤਾਂ ਰਹਿੰਦੀ ਸੀ, ਪਰ ਆਪਾਂ ਉਹਦੇ 'ਚ ਡਿਸਕਲੋਜ਼ ਨਹੀਂ ਕਰ ਸਕਦੇ। ਆਪਾਂ ਉਹਦੀ ਆਈਡੀ ਜਿਹੜੀ ਥੱਲੇ ਜਦੋਂ ਕਾਰਵਾਈ ਕਰਨ ਲਈ ਭੇਜਾਂਗੇ ਉਹ ਕਦੀ ਵੀ ਡਿਸਕਲੋਜ਼ ਨਹੀਂ ਹੋਊਗੀ। ਇਹਦੇ ਵਿੱਚ ਲੇਕਿਨ ਇਹ ਹੈਗਾ ਕਿ ਇੱਕ ਕੰਪਰੀਹੈਂਸਿਵ ਕਾਰਵਾਈ ਹੋਊਗੀ। ਉਹਦੀ ਜਿਹੜੀ ਕੰਪਲੇਂਟ ਹੈ, ਉਹ ਜਿਹੜੀ ਇਨਫੋਰਮੇਸ਼ਨ ਦੇ ਰਿਹਾ ਹੋਊਗਾ, ਉਹਦੀ ਇੱਕ ਵਧੀਆ ਕੰਪਰੀਹੈਂਸਿਵ ਰਿਪੋਰਟਿੰਗ ਹੋਊਗੀ ਕਿ ਜਿਹੜੀ ਲੀਕੇਜ ਤਾਂ ਨਹੀਂ ਕੋਈ ਲੀਕੇਜ ਨਹੀਂ ਹੋਊਗੀ। ਇਹ ਮੈਂ ਅਸ਼ੋਰ ਕਰਨਾ ਚਾਹੁੰਦਾ। ਜੋ ਵੀ ਲੋਕੀ ਇਹਦੇ ਵਿੱਚ ਇਨਫੋਰਮੇਸ਼ਨ ਸਾਨੂੰ ਦੇਣਾ ਚਾਹੁੰਦੇ ਨੇ ਉਹ ਬਹੁਤ ਈਜ਼ੀਲੀ ਦੇ ਸਕਦੇ ਨੇ। ਤੇ ਇਹ ਨੇ ਏਡੀਜੀਪੀ ਐਮਐਫ ਫਾਰੂਕੀ ਜਿਹੜੇ ਕਿ ਅੱਜ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਪਹੁੰਚੇ ਸੀਗੇ। ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਕਿਉਂਕਿ ਇੱਕ ਜਿਹੜਾ ਪੋਰਟਲ ਲਾਂਚ ਕੀਤਾ ਗਿਆ ਸੀਗਾ 2 ਮਹੀਨੇ ਪਹਿਲੇ, ਉਸ ਦੇ ਸੰਬੰਧ ਵਿੱਚ ਪੁਲਿਸ ਨਾਲ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਔਰ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਵੀ ਇਸ ਪੋਰਟਲ ਦਾ ਆਨਲਾਈਨ ਪੋਰਟਲ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਨੇ ਉਹ ਸ਼ਿਕਾਇਤਾਂ ਦਾ ਨਿਪਟਾਰਾ ਸਮੇਂਬੱਧ ਤਰੀਕੇ ਨਾਲ ਕੀਤਾ ਜਾ ਸਕੇ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।